ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਕਲਯੁਗ ਆਪਣੇ ਕਰੂਰ ਰੂਪ ਵਿੱਚ ਪੂਰੇ ਜ਼ੋਰਾਂ 'ਤੇ ਸੀ। ਪਾਪ ਨੇ ਬਹੁਤ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ, ਜਾਂ ਕਹਿ ਲਓ ਕਿ ਪਾਪ ਬਹੁਤ ਵੱਧ ਗਿਆ ਸੀ। ਕਈ ਜਗ੍ਹਾ 'ਤੇ ਕਾਲ ਪੈ ਜਾਂਦਾ ਸੀ, ਕਈ ਜਗ੍ਹਾ 'ਤੇ ਬਿਮਾਰੀਆਂ ਫੈਲ ਜਾਂਦੀਆਂ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਸਨ। ਮਲੇਛਾਂ ਦੀ ਹਕੂਮਤ ਵੱਧ ਰਹੀ ਸੀ, ਮੁਸਲਮਾਨਾਂ ਦਾ ਧਰਮ ਬਹੁਤ ਵੱਧ ਰਿਹਾ ਸੀ। ਪਾਪ ਰੂਪ ਮਲੇਛ ਗਰੀਬ ਪ੍ਰਜਾ 'ਤੇ ਜ਼ੁਲਮ ਕਰ ਰਹੇ ਸਨ। ਗਊ ਗਰੀਬ ਅਨਿਆਈ ਮੌਤੇ ਮਾਰੇ ਜਾ ਰਹੇ ਸਨ। ਮੌਤ ਦੇ ਫਰਿਸ਼ਤੇ ਖੋਟੀ ਚਾਲ ਚੱਲ ਰਹੇ ਸਨ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਹੋ ਰਿਹਾ ਹੈ। ਰਾਜੇ ਬੜੇ ਭੈੜੀ ਬੁੱਧੀ ਵਾਲੇ ਸਨ ਅਤੇ ਮੈਲੇ ਹੋ ਗਏ ਸਨ। ਲੋਕਾਂ ਨੂੰ ਸ਼ੁਭ ਕਰਮ ਕਰਨ ਤੋਂ ਰੋਕਿਆ ਗਿਆ ਸੀ। ਮੰਤਰੀ ਲੰਪਟ ਅਤੇ ਬੇਵਿਚਾਰੀ ਹੋ ਗਏ ਸਨ। ਟੇਢੇ ਮਨ ਵਾਲੇ ਭੈੜੇ ਕਰਮ ਕਰ ਰਹੇ ਸਨ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਆਪਾਂ ਵੀ ਦੇਖ ਰਹੇ ਹਾਂ। ਖੋਟੀ ਬੁੱਧ, ਦੁਸ਼ਟਤਾ, ਜੂਏਬਾਜ਼ੀ, ਬਖੀਲੀ, ਦੁੱਖ, ਸੰਤਾਪ, ਇਹ ਸਾਰੇ ਸਿੰਘ ਕਾ ਰਾਖਸ਼ਣੀ ਦੇ ਪੁੱਤਰ ਰਾਹੂ ਦੇ ਸਮਾਨ ਹੋ ਗਏ ਸਨ ਅਤੇ ਧਰਮ ਪੂਰਨਮਾਸ਼ੀ ਦਾ ਚੰਦਰਮਾ ਹੋ ਗਿਆ ਸੀ। ਰਾਜੇ ਕਿਸੇ ਦੀ ਫਰਿਆਦ ਨਹੀਂ ਸੀ ਸੁਣਦੇ। ਕਾਜ਼ੀ ਲੋਕ ਰਿਸ਼ਵਤ ਲੈ ਕੇ ਝੂਠੇ ਨੂੰ ਸੱਚਾ ਬਣਾ ਦਿੰਦੇ ਸਨ ਅਤੇ ਸੱਚੇ ਨੂੰ ਨਿਆਂ ਦੇਣ ਦਾ ਨਾਂ ਨਹੀਂ ਸੀ ਲੈਂਦੇ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਵੀ ਹੋ ਰਿਹਾ ਹੈ। ਸੱਚੇ ਬੰਦੇ ਦੀ ਕੋਈ ਸੁਣਦਾ ਨਹੀਂ, ਝੂਠੇ ਦਾ ਬੋਲਬਾਲਾ ਹੈ। ਇਸੇ ਪ੍ਰਕਾਰ ਥਾਂ ਥਾਂ ਮਲੇਛਾਂ ਦੀ ਬੋਲੀ ਦਾ ਬੋਲਬਾਲਾ ਹੋ ਗਿਆ। ਸਾਰੇ ਲੋਕਾਂ ਨੇ ਆਪਣਾ ਆਪਣਾ ਧਰਮ ਛੱਡ ਦਿੱਤਾ। ਪੁੰਨ ਕਰਮ ਕਮਜ਼ੋਰ ਹੋ ਗਏ ਅਤੇ ਪਾਪ ਕਰਮ ਤਗੜੇ ਹੋ ਗਏ। ਗਰੀਬ ਅਤੇ ਕਮਜ਼ੋਰ ਨੂੰ ਦੇਖ ਕੇ ਅਮੀਰ ਲੋਕ ਉਸ ਦਾ ਧਨ ਖੋਹ ਲੈਂਦੇ ਸਨ। ਜੰਗਮ ਜਿਹੜੇ ਟੱਲੀਆਂ ਖੜਕਾ ਕੇ ਮੰਗਦੇ ਹਨ, ਸਰੇਵੜੇ ਅਤੇ ਦਿਗੰਬਰ ਜਿਹੜੇ ਜੈਨੀਆਂ ਵਿੱਚ ਹੀ ਗਿਣੇ ਜਾਂਦੇ ਹਨ, ਇਹ ਆਪਸ ਵਿੱਚ ਬੜਾ ਝਗੜਾ ਕਰਦੇ ਸਨ। ਜੋਗੀਆਂ ਦੇ ਜਿਹੜੇ 12 ਪੰਥ ਬਣੇ ਹਨ, ਇਹ ਪ੍ਰਭੂ ਦੀ ਭਗਤੀ ਤੋਂ ਬਗੈਰ ਮਾਲਕ ਤੋਂ ਵਿਛੜੇ ਹੋਏ ਹਨ। ਅਤੇ ਇੱਕ ਹੁੰਦੇ ਬ੍ਰਾਹਮਣ, ਇਹ ਦੋਵੇਂ ਆਪਸ ਵਿੱਚ ਬੜਾ ਫਸਾਦ ਕਰਦੇ ਸਨ। ਕਈ ਸਿਰ ਮੁਨਾ ਕੇ ਸੰਨਿਆਸੀ ਬਣੇ ਹੋਏ ਸਨ, ਪਰ ਇਹ ਹਰ ਵੇਲੇ ਧਨ ਅਤੇ ਇਸਤਰੀ ਪਿੱਛੇ ਭਟਕਦੇ ਰਹਿੰਦੇ ਸਨ। ਕਈ ਆਪਣੇ ਆਪ ਨੂੰ ਬੈਰਾਗੀ ਕਹਾਉਂਦੇ ਸਨ, ਪਰ ਉਹਨਾਂ ਦਾ ਮਨ ਗ੍ਰਸਤੀਆਂ ਤੋਂ ਵੀ ਵੱਧ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਸੀ। ਪੰਡਤ ਅਤੇ ਪਹਿਰੇਦਾਰ ਚੋਰੀ ਕਰਦੇ ਸਨ। ਫਿਰ ਘਰ ਦੀ ਰਖਵਾਲੀ ਕੌਣ ਕਰੇ? ਰਾਜੇ ਤਾਂ ਪ੍ਰਜਾ ਦੀ ਰੱਖਿਆ ਲਈ ਵਾਰਡ ਹੁੰਦੇ ਹਨ, ਪਰ ਵਾਰਡ ਬਣੇ ਰਾਜੇ ਹੀ ਪ੍ਰਜਾ ਨੂੰ ਬੁਰੀ ਤਰ੍ਹਾਂ ਖਾ ਰਹੇ ਸਨ। ਅੱਜ ਕੱਲ੍ਹ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੈ। ਅੱਜ ਵੀ ਇਹ ਲੋਕਾਂ ਦੁਆਰਾ ਕਮਾਇਆ ਹੋਇਆ ਨੇਕ ਧਨ ਲੁੱਟ ਲੁੱਟ ਕੇ ਆਪਣੀਆਂ ਤਿਜੋਰੀਆਂ ਭਰ ਰਹੇ ਹਨ। ਇਸ ਤਰ੍ਹਾਂ ਪਾਪਾਂ ਦਾ ਧਰਤੀ ਉੱਤੇ ਬਹੁਤ ਭਾਰ ਪੈ ਗਿਆ। ਸੰਸਾਰ ਵਿੱਚ ਕੋਈ ਪ੍ਰੇਮ ਭਾਵ ਨਹੀਂ ਸੀ ਰਹਿ ਗਿਆ। ਇਸ ਲਈ ਧਰਤੀ ਡਰ ਨਾਲ ਭੈਭੀਤ ਹੋ ਗਈ। ਫਿਰ ਧਰਤੀ ਨੇ ਬੜੀ ਅਧੀਨਤਾ ਨਾਲ ਪਰਮਾਤਮਾ ਅੱਗੇ ਬੇਨਤੀ ਕਰਦੇ ਹੋਏ ਆਖਿਆ ਕਿ ਹੇ ਪਰਮੇਸ਼ਰ ਪ੍ਰਭੂ, ਤੁਸੀਂ ਅਨਾਦ ਹੋ, ਤੁਸੀਂ ਸੰਸਾਰ ਦੀ ਵੱਡੀ ਤੋਂ ਵੱਡੀ ਤਾਕਤ ਵਾਲੇ ਹੋ ਅਤੇ ਸਨਾਤਨ ਹੋ। ਹੇ ਦੀਨਾਂ ਦੇ ਪਿਆਰੇ ਪ੍ਰਭੂ, ਤੁਸੀਂ ਸਦਾ ਦੀਨਾਂ 'ਤੇ ਦਇਆ ਕਰਦੇ ਹੋ। ਹੇ ਦੀਨਾਂ ਦੇ ਸੁਆਮੀ, ਤੁਸੀਂ ਗੁਪਤ ਅਤੇ ਪ੍ਰਿਤਪਾਲਕ ਹੋ। ਤੁਸੀਂ ਬੁਢਾਪੇ ਤੋਂ ਰਹਿਤ ਹੋ, ਮੌਤ ਤੋਂ ਰਹਿਤ ਹੋ, ਕਥਨ ਤੋਂ ਪਰੇ ਹੋ, ਭੇਖ ਰਹਿਤ ਹੋ, ਡਰ ਰਹਿਤ ਹੋ, ਮਾਇਆ ਤੋਂ ਰਹਿਤ ਹੋ ਅਤੇ ਲੇਖੇ ਤੋਂ ਰਹਿਤ ਹੋ। ਕਲਯੁਗ ਦੇ ਇਸ ਭਿਆਨਕ ਸਮੇਂ ਵਿੱਚ ਪਾਪ ਬਹੁਤ ਵੱਧ ਗਏ ਹਨ। ਹੁਣ ਮੈਥੋਂ ਭਾਰ ਸੰਭਾਲਿਆ ਨਹੀਂ ਜਾਂਦਾ। ਹੁਣ ਬਹੁਤ ਔਖਾ ਅਤੇ ਦੁਖਦਾਇਕ ਸਮਾਂ ਆ ਗਿਆ ਹੈ। ਹੁਣ ਪ੍ਰਭੂ ਤੇਰੇ ਆਸਰੇ ਤੋਂ ਬਗੈਰ ਮੈਂ ਜੀਵਤ ਨਹੀਂ ਰਹਿ ਸਕਦੀ। ਸਤਯੁਗ ਵਿੱਚ 4 ਪੈਰ ਸਨ, ਤ੍ਰੇਤੇ ਵਿੱਚ 3 ਰਹਿ ਗਏ, ਦੁਆਪਰ ਵਿੱਚ 2 ਰਹਿ ਗਏ ਅਤੇ ਕਲਯੁਗ ਵਿੱਚ ਕੇਵਲ 1 ਪੈਰ 'ਤੇ ਹੀ ਮੈਂ ਟਿਕੀ ਹੋਈ ਹਾਂ। ਕਲਯੁਗ ਦਾ ਸਮਾਂ ਪਾਪ ਰੂਪ ਹੈ, ਇਸ ਕਰਕੇ ਮੇਰੇ ਉੱਪਰ ਬਹੁਤ ਭਾਰ ਪੈ ਗਿਆ ਹੈ। ਮੇਰੇ ਕੋਲੋਂ ਹੁਣ 1 ਪੈਰ 'ਤੇ ਟਿਕਿਆ ਨਹੀਂ ਜਾਂਦਾ। ਤੁਹਾਡੇ ਆਸਰੇ ਤੋਂ ਬਗੈਰ ਮੈਂ ਹੁਣ ਥਿਰ ਨਹੀਂ ਰਹਿ ਸਕਦੀ। ਹੇ ਏਕੰਕਾਰ ਵਾਹਿਗੁਰੂ, ਤੁਸੀਂ ਮੇਰੀ ਬੇਨਤੀ ਸੁਣ ਲਓ। ਥਿਰ ਹੋਣ ਵਾਸਤੇ ਮੈਨੂੰ ਆਸਰਾ ਦਿਓ।
ਜੋਤੀ ਸਰੂਪ ਵਾਹਿਗੁਰੂ ਨੇ ਧਰਤੀ ਦੀ ਦੁੱਖ ਭਰੀ ਫਰਿਆਦ ਸੁਣੀ। ਸੁੱਖਾਂ ਦੇ ਦਾਤੇ ਨੇ ਧਰਤੀ ਦੀ ਪੁਕਾਰ ਸੁਣ ਕੇ ਸੋਚ ਵਿਚਾਰ ਕੀਤੀ। ਵਾਹਿਗੁਰੂ ਜੀ ਸੋਚਣ ਲੱਗੇ, ਇਸ ਕੰਮ ਵਾਸਤੇ ਮੈਂ ਬਹੁਤ ਪੈਗੰਬਰ ਅੱਗੇ ਭੇਜ ਚੁੱਕਿਆ ਹਾਂ, ਪਰ ਉਹ ਧਰਤੀ ਉੱਤੇ ਜਾ ਕੇ ਆਪਣਾ ਹੀ ਪੰਥ ਚਲਾ ਲੈਂਦੇ ਹਨ। ਉਹ ਇਹ ਭੁੱਲ ਹੀ ਜਾਂਦੇ ਹਨ ਕਿ ਮੈਂ ਉਹਨਾਂ ਨੂੰ ਕਿਸ ਕੰਮ ਵਾਸਤੇ ਭੇਜਿਆ ਸੀ। ਸਾਰੇ ਜਾ ਕੇ ਆਪਣਾ ਆਪਣਾ ਮਤ ਚਲਾ ਲੈਂਦੇ ਹਨ। ਕਿਸੇ ਨੇ ਵੀ ਨਾਮ ਦੀ ਮਹਿਮਾ ਦਾ ਪ੍ਰਚਾਰ ਨਹੀਂ ਕੀਤਾ ਤੇ ਪ੍ਰੇਮ ਪਿਆਰ ਦੀ ਕੋਈ ਰੀਤ ਨਹੀਂ ਚਲਾਈ। ਇਸ ਤਰ੍ਹਾਂ ਸੋਚ ਵਿਚਾਰ ਕਰਕੇ ਜਗਤ ਦੇ ਕਾਰਨ ਵਾਹਿਗੁਰੂ ਜੀ ਬੋਲੇ, ਧਰਤੀ ਨੂੰ ਮੈਂ ਆਸਰਾ ਦਿਆਂਗਾ ਤੇ ਉਹ ਆਸਰੇ ਵਾਲੀ ਹੋਏਗੀ। ਜਦ ਨਾਮ ਕੀਰਤਨ ਦਾ ਪ੍ਰਵਾਹ ਚੱਲ ਪਏਗਾ ਤਾਂ ਤੈਨੂੰ ਵੀ ਆਸਰਾ ਮਿਲ ਜਾਏਗਾ। ਇਸ ਲਈ ਮੈਨੂੰ ਆਪ ਹੀ ਜਗ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ। ਮੇਰੇ ਬਗੈਰ ਹੋਰ ਕੋਈ ਉਪਾਅ ਨਹੀਂ ਹੋ ਸਕਦਾ। ਧਰਮ ਦੇ ਘਰ ਨੇ ਧਰਤੀ ਨੂੰ ਧੀਰਜ ਦਿੱਤਾ ਤੇ ਕਿਹਾ, ਮੈਂ ਤੇਰਾ ਆਸਰਾ, ਤੇਰਾ ਸਹਾਰਾ ਬਣ ਕੇ ਸਭ ਦੁੱਖਾਂ ਦਾ ਨਾਸ਼ ਕਰ ਦਿਆਂਗਾ। ਆਕਾਸ਼ ਦੀ ਮਿੱਠੀ ਬਾਣੀ ਸੁਣ ਕੇ ਮੁਖ ਨੂੰ ਮੋਹ ਲੈਣ ਵਾਲੀ ਧਰਤੀ ਆਪਣੇ ਦਿਲ ਵਿੱਚ ਬੜੀ ਖੁਸ਼ ਹੋਈ। ਸੰਸਾਰ ਵਿੱਚ ਸ਼੍ਰੀ ਰਾਮਚੰਦਰ ਜੀ ਦੀ ਕੁੱਲ ਕਲੰਕ ਰਹਿਤ ਹੈ। ਧਰਤੀ ਨੂੰ ਆਨੰਦ ਦੇਣ ਵਾਲੇ ਚੰਦਰਮਾ ਵਰਗੇ ਗੁਰੂ ਨਾਨਕ ਦੇਵ ਜੀ ਸੁੰਦਰ ਬੇਦੀ ਕੁੱਲ ਵਿੱਚ ਪ੍ਰਗਟ ਹੋਏ। ਏਕੰਕਾਰ ਵਾਹਿਗੁਰੂ ਜੀ ਆਪ ਸਤਿਗੁਰੂ ਦਾ ਅਨੁਪਮ ਰੂਪ ਧਾਰ ਕੇ ਇਸ ਧਰਤੀ ਤੇ ਪ੍ਰਗਟ ਹੋਏ। ਰਾਤ ਰੂਪੀ ਭੈੜੀਆਂ ਰਸਮਾਂ, ਰੀਤਾਂ, ਕਲੀ ਕਾਲ ਦਾ ਹਨੇਰਾ, ਤਾਰੇ, ਪਖੰਡੀ ਸਮਾਜ ਤੇ ਹੋਰ ਮਤ, ਇੰਦਰ ਤੇ ਮੁਹੰਮਦ ਰਾਜ ਸੱਚ ਦਾ ਚੰਦਰਮਾ ਚੜ੍ਹਨ ਨਾਲ ਅਲੋਪ ਹੋ ਗਏ। ਤੇਜ ਪ੍ਰਤਾਪ ਵਾਲੇ ਸੱਚੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਪ੍ਰਗਟ ਹੋਏ ਤਾਂ ਬਾਲ ਅਵਸਥਾ ਦਾ ਸੂਰਜ ਉਹਨਾਂ ਨੂੰ ਲੈਣ ਆਇਆ। ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਸੰਤ ਤੇ ਕੰਵਲ ਦੇਖ ਕੇ ਉਹਨਾਂ ਨੂੰ ਖਿੜ ਗਏ। ਦੰਭੀਆਂ, ਪਖੰਡੀਆਂ ਤੇ ਉੱਲੂਆਂ ਭਾਵ ਮੂਰਖਾਂ ਨੂੰ ਬੜਾ ਭਾਰੀ ਦੁੱਖ ਹੋਇਆ, ਪਰ ਸਿੱਖ ਤੇ ਦਾਸ ਬਹੁਤ ਸੁਖਿਆਰੇ ਹੋ ਗਏ। ਪ੍ਰਭੂ ਭਗਤੀ ਦੀ ਲਹਿਰ ਜਗਤ ਵਿੱਚ ਪ੍ਰਕਾਸ਼ਮਾਨ ਹੋਈ। ਸਿੱਖਾਂ ਦੀ ਆਲਸਾ ਤੇ ਅਵਿਦਿਆ ਦਾ ਨਾਸ਼ ਹੋ ਗਿਆ। ਗਿਆਨ ਅਤੇ ਨਾਮ ਵਿੱਚ ਸ੍ਰੇਸ਼ਟ ਪੁਰਖ ਜਾਗਰਿਤ ਹੋ ਗਏ ਤੇ ਹਨੇਰਾ ਇੰਝ ਅਲੋਪ ਹੋ ਗਿਆ ਜਿਵੇਂ ਸੁਪਨਾ ਮਨ ਨੂੰ ਛੱਡ ਕੇ ਚਲੇ ਜਾਂਦਾ ਹੈ। ਧਰਮ, ਧਰਤੀ ਤੇ ਧੀਰਜ ਦੇ ਹਿੱਤ ਲਈ ਬੇਦੀ ਕੁਲ ਦੇ ਤਾਰੇ ਨੇ ਇਸ ਦੁਨੀਆ ਵਿੱਚ ਅਵਤਾਰ ਧਾਰਿਆ। ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨਾ ਸੀ ਤਾਂ ਉਸ ਸਮੇਂ ਇਸ ਧਰਤੀ ਤੇ ਕੋਈ ਵੀ ਰੋਗ ਨਾ ਰਿਹਾ। ਖੇਤਾਂ ਨੂੰ ਲੱਗਣ ਵਾਲੇ 7 ਰੋਗ ਖੇਤਾਂ ਨੂੰ ਛੱਡ ਕੇ ਭੱਜ ਗਏ। ਡਾਕੂ, ਚੋਰ ਸਭ ਇਸ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ। ਫਲ, ਫੁੱਲ ਤੇ ਪੱਤਿਆਂ ਸਮੇਤ ਸੁੰਦਰ ਬ੍ਰਿਛ ਸ਼ੋਭਾ ਪਾ ਰਹੇ ਸਨ। ਉਹ ਜਾਂਦੇ ਹੋਏ ਰਾਹੀਆਂ ਨੂੰ ਬੜਾ ਸੁੱਖ ਦੇਣ ਲੱਗ ਪਏ, ਮਾਨੋ ਉਹ ਰਾਹੀਆਂ ਵਾਸਤੇ ਹੀ ਖਿੜੇ ਹੋਏ ਸਨ। ਉਸ ਨਗਰ ਦਾ ਨਾਮ ਤਲਵੰਡੀ ਸੀ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ। ਚਾਰੇ ਵਰਨਾਂ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰਾਂ ਨਾਲ ਇਹ ਨਗਰ ਭਰਿਆ ਹੋਇਆ ਸੀ। ਉਸ ਨਗਰ ਦੇ 4 ਚੁਫੇਰੇ ਬਾਗ ਸਨ ਜਿਹੜੇ ਬੜੀ ਸ਼ੋਭਾ ਪਾ ਰਹੇ ਸਨ। ਫੁੱਲਾਂ ਦੇ ਬਗੀਚੇ ਬੜੇ ਸੁੰਦਰ ਖਿੜੇ ਹੋਏ ਸਨ। ਨਗਰ ਦੇ ਇਰਦ ਗਿਰਦ ਕਿਲੇ ਵਾਂਗੂ ਇੱਕ ਉੱਚੀ ਦੀਵਾਰ ਬਣੀ ਹੋਈ ਸੀ, ਜਿਹੜੀ ਬੜੀ ਮਜ਼ਬੂਤੀ ਨਾਲ ਪਹਾੜ ਦਾ ਮੁਕਾਬਲਾ ਕਰ ਰਹੀ ਸੀ। ਇਸ ਨਗਰ ਵਿੱਚ ਘਰ ਬੜੇ ਸੁੰਦਰ ਬਣੇ ਹੋਏ ਸਨ, ਜਿਹੜੇ ਸਾਰੀਆਂ ਰੁੱਤਾਂ ਵਿੱਚ ਸੁਖਦਾਇਕ ਸਨ। ਇਸ ਨਗਰ ਵਿੱਚ ਚੌਪੜ ਵਾਂਗ ਇੱਕ ਮੰਡੀ ਬਣੀ ਹੋਈ ਸੀ, ਜਿੱਥੇ ਵਣਜ ਵਪਾਰ ਹੁੰਦਾ ਸੀ ਤੇ ਸਾਰੀਆਂ ਦੁਕਾਨਾਂ ਸੌਦੇ ਨਾਲ ਭਰੀਆਂ ਹੋਈਆਂ ਸਨ। ਇਸ ਨਗਰ ਵਿੱਚ ਗਊਆਂ ਦਾ ਦੁੱਧ ਅੰਮ੍ਰਿਤ ਵਰਗਾ ਸੀ। ਨਗਰੀ ਦੇ ਮਨੁੱਖ ਦੇਵਤਿਆਂ ਵਰਗੇ ਸੁੰਦਰ ਤੇ ਚਤੁਰ ਸਨ। ਬ੍ਰਾਹਮਣ ਬੜੇ ਆਰਾਮ ਨਾਲ ਇਸ ਨਗਰ ਵਿੱਚ ਰਹਿੰਦੇ ਸਨ। ਖੱਤਰੀ ਧਰਮ ਯੁੱਧ ਨਾਲ ਪ੍ਰੇਮ ਕਰਦੇ ਸਨ। ਸਾਰੇ ਵੈਸ਼ ਨੀਤੀ ਸੰਯੁਕਤ ਵਿਹਾਰ ਨਾਲ ਵਪਾਰ ਕਰਦੇ ਸਨ। ਚਤੁਰ ਮਨੁੱਖਾਂ ਦੀ ਵੇਦ ਮਾਰਗ ਨਾਲ ਪ੍ਰੀਤ ਸੀ। ਸ਼ੂਦਰ ਸਾਰਿਆਂ ਦੀ ਸੇਵਾ ਕਰਦੇ ਸਨ। ਸਾਰੇ ਹੀ ਆਪਣਾ ਆਪਣਾ ਕੰਮ ਬੜੀ ਕੁਸ਼ਲਤਾ ਨਾਲ ਕਰ ਰਹੇ ਸਨ। ਮਨੁੱਖ ਅਰੋਗਤਾ ਸਹਿਤ ਪ੍ਰਸੰਨਤਾ ਨਾਲ ਵਿਚਰ ਰਹੇ ਸਨ। ਸਾਰਿਆਂ ਨੂੰ ਗਿਆਨ ਦੇਣ ਵਾਸਤੇ ਵੇਦਾਂ ਦਾ ਉਚਾਰਨ ਹੁੰਦਾ ਸੀ। ਸ਼ਸਤਰਧਾਰੀ ਬੇਦੀ ਵੰਸ਼ ਵਿੱਚ ਵਸਦੇ ਸਨ, ਜਿਨ੍ਹਾਂ ਨੇ ਯੁੱਧ ਵਿਦਿਆ ਦਾ ਸੁਧਾਰ ਕੀਤਾ ਹੋਇਆ ਸੀ। ਐਸੇ ਬੇਦੀ ਖਾਨਦਾਨ ਤਲਵੰਡੀ ਦੇ ਵਾਸੀ ਸਨ,
ਜਿਨ੍ਹਾਂ ਦੀ ਜਗਤ ਵਿੱਚ ਬੜੀ ਕੀਰਤੀ ਕਾਇਮ ਹੋ ਚੁੱਕੀ ਸੀ। ਉਹਨਾਂ ਨੂੰ ਉੱਥੇ ਰਹਿੰਦਿਆਂ ਨੂੰ ਬਹੁਤ ਸਮਾਂ ਹੋ ਗਿਆ ਸੀ। ਸ਼ਿਵ ਰਾਮ ਬਾਬਾ ਕਾਲੂ ਜੀ ਦੇ ਪਿਤਾ ਜੀ ਉਸੇ ਕੁਲ ਵਿੱਚ ਪੈਦਾ ਹੋਏ ਸਨ, ਜਿਨ੍ਹਾਂ ਦੀ ਬਿਰਤੀ ਬੜੀ ਸ਼ਾਂਤ ਤੇ ਸੂਖਮ ਸੀ। ਉਹਨਾਂ ਨੇ ਰਜੋਗੁਣੀ ਤਮੋਗੁਣੀ ਗੁਜ਼ਰਾਨ ਛੱਡ ਦਿੱਤੀ ਸੀ। ਹਿੰਸਾ ਰਹਿਤ ਹੋ ਕੇ ਉਹਨਾਂ ਨੇ ਸ਼ਸਤਰ ਹੱਥੋਂ ਛੱਡ ਦਿੱਤੇ ਸਨ ਤੇ ਮਾਇਆ ਦੇ ਮਾਲਕ ਵਾਹਿਗੁਰੂ ਦੇ ਚਰਨ ਕਮਲਾਂ ਦੀ ਸ਼ਰਨ ਉਹਨਾਂ ਨੇ ਲਈ ਹੋਈ ਸੀ। ਉਹਨਾਂ ਦੀ ਧਰਮ ਪਤਨੀ ਦਾ ਨਾਮ ਬਨਾਰਸੀ ਦੇਵੀ ਸੀ, ਜਿਨ੍ਹਾਂ ਨੇ ਪਤੀਵ੍ਰਤ ਧਰਮ ਨੂੰ ਪੱਕਾ ਤੇ ਦ੍ਰਿੜ ਕੀਤਾ ਹੋਇਆ ਸੀ। ਉਹਨਾਂ ਦੇ ਘਰ 2 ਸਦਾਚਾਰੀ ਪੁੱਤਰਾਂ ਨੇ ਜਨਮ ਲਿਆ ਸੀ। ਵੱਡੇ ਦਾ ਨਾਮ ਕਾਲੂ ਸੀ ਤੇ ਛੋਟੇ ਦਾ ਨਾਮ ਲਾਲੂ ਸੀ। ਬਾਬਾ ਕਾਲੂ ਜੀ ਸ਼ੁਭ ਕਰਮਾਂ ਵਾਲੇ ਬੜੇ ਵਡਭਾਗੀ ਸਨ। ਉਹ ਹਰ ਸਮੇਂ ਭਗਤੀ ਵਿੱਚ ਲੀਨ ਰਹਿੰਦੇ ਸਨ ਤੇ ਆਪਣੇ ਧਰਮ ਵਿੱਚ ਨਿਸ਼ਚਲ ਸਨ। ਪਿਛਲੇ ਕਈ ਜਨਮਾਂ ਵਿੱਚ ਉਹਨਾਂ ਨੇ ਜਪ, ਤਪ, ਵਰਤ, ਨੇਮ ਆਦਿ ਕਈ ਪੁੰਨ ਕਰਮ ਕੀਤੇ ਹੋਏ ਸਨ। ਇਸ ਜਨਮ ਵਿੱਚ ਉਹਨਾਂ ਦੀ ਇੱਛਾ ਸੀ ਕਿ ਉਹਨਾਂ ਦੇ ਘਰ ਗਿਆਨ ਦਾ ਘਰ ਵਿਸ਼ਨੂੰ ਦਾ ਅਵਤਾਰ ਰੂਪੀ ਪੁੱਤਰ ਜਨਮ ਲਵੇ। ਆਪਣੇ ਹਿਰਦੇ ਵਿੱਚ ਉਹਨਾਂ ਨੇ ਇਹ ਸੰਕਲਪ ਧਾਰਿਆ ਹੋਇਆ ਸੀ ਤੇ ਥੋੜ੍ਹੇ ਗੁਣਾਂ 'ਤੇ ਹੀ ਉਹ ਭਗਤੀ ਅਧੀਨ ਪ੍ਰਸੰਨ ਰਹਿੰਦੇ ਸਨ। ਕਿਉਂਕਿ ਉਸ ਸਮੇਂ ਹਲੇ ਸਿੱਖ ਧਰਮ ਪ੍ਰਗਟ ਨਹੀਂ ਸੀ ਹੋਇਆ, ਇਸ ਕਰਕੇ ਹਿੰਦੂ ਧਰਮ ਹੀ ਚੱਲ ਰਿਹਾ ਸੀ। ਤੇ ਹਿੰਦੂ ਧਰਮ ਵਿੱਚ ਇਹ ਵਿਸ਼ਵਾਸ ਹੈ ਕਿ ਵਾਹਿਗੁਰੂ ਦਾ ਸਰਗੁਣ ਸਰੂਪ ਵਿਸ਼ਨੂੰ ਭਗਵਾਨ ਹੈ, ਜਿਸ ਨੇ ਆਪਣੇ 23 ਅਵਤਾਰ ਧਾਰੇ ਹਨ ਤੇ 24ਵਾਂ ਅਵਤਾਰ ਇਸ ਕਲਯੁਗ ਵਿੱਚ ਹਲੇ ਪ੍ਰਗਟ ਹੋਏਗਾ। ਦੈਂਤਾਂ ਨੂੰ ਨਾਸ਼ ਕਰਨ ਵਾਲੇ ਭਗਵਾਨ ਦੀ ਨਿਰੰਤਰ ਰੂਪ ਵਿੱਚ ਉਹ ਭਗਤੀ ਕਰਦੇ ਰਹੇ ਹਨ। ਜਦ ਬਾਬਾ ਕਾਲੂ ਜੀ ਨੇ ਜਨਮ ਲਿਆ ਤਾਂ ਵਾਹਿਗੁਰੂ ਨੇ ਉਹਨਾਂ ਦੀ ਆਸ ਪੂਰੀ ਕੀਤੀ। ਪਿਤਾ ਸ਼ਿਵਰਾਮ ਜੀ ਨੇ ਆਪਣੇ ਪੁੱਤਰ ਕਾਲੂ ਦਾ ਇੱਕ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ। ਬਾਬੇ ਕਾਲੂ ਜੀ ਦੀ ਇਸਤਰੀ ਬੜੀ ਪਤੀਵਰਤਾ ਤੇ ਗੁਣਾਂ ਦਾ ਖਜ਼ਾਨਾ ਸੀ। ਉਹਨਾਂ ਦੀ ਸੁਸ਼ੀਲਤਾ ਬਾਰੇ ਕੋਈ ਕੀ ਕਹਿ ਸਕਦਾ ਹੈ। ਭਾਵ ਇਹ ਕਿ ਉਹ ਅਤੀ ਸੁਸ਼ੀਲ ਤੇ ਸੁਘੜ ਸਨ। ਉਹਨਾਂ ਨੇ ਵੀ ਬਹੁਤ ਤਪ ਕੀਤੇ ਹੋਏ ਸਨ। ਤਲਵੰਡੀ ਨਗਰ ਵਿੱਚ ਰਾਏ ਬੁਲਾਰ ਹਾਕਮ ਰਹਿੰਦਾ ਸੀ। ਉਸ ਦਾ ਬਾਬਾ ਕਾਲੂ ਜੀ ਨਾਲ ਬਹੁਤ ਪਿਆਰ ਸੀ ਤੇ ਉਸ ਨਗਰ ਦਾ ਉਹ ਹੀ ਅਧਿਕਾਰੀ ਸੀ। ਤੇ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਨੇ ਪਟਵਾਰੀ ਦੀ ਕਾਰ 'ਤੇ ਲਾਇਆ ਹੋਇਆ ਸੀ। ਇਸ ਤਰ੍ਹਾਂ ਕਾਫੀ ਸਮਾਂ ਬਾਬਾ ਕਾਲੂ ਜੀ ਖੁਸ਼ੀ ਖੇੜੇ ਦਾ ਜੀਵਨ ਬਤੀਤ ਕਰਦੇ ਰਹੇ। ਦੋਹਾਂ ਇਸਤਰੀ ਮਰਦ ਨੇ ਬਹੁਤ ਸੋਹਣੇ ਪੁੱਤਰ ਦੀ ਆਸ ਰੱਖੀ ਹੋਈ ਸੀ। ਸੋ ਇਸ ਤਰ੍ਹਾਂ ਕੁਝ ਸਮਾਂ ਪਾ ਕੇ ਬਾਬਾ ਕਾਲੂ ਜੀ ਦੇ ਘਰ ਇੱਕ ਪੁੱਤਰੀ ਨੇ ਜਨਮ ਲਿਆ, ਜਿਹੜੇ ਬੜੇ ਸੁਸ਼ੀਲ ਤੇ ਗੁਣਾਂ ਦੀ ਖਾਨ ਸਨ, ਜਿਨ੍ਹਾਂ ਦਾ ਨਾਮ ਨਾਨਕੀ ਜੀ ਰੱਖਿਆ ਗਿਆ, ਜਿਹੜੇ ਗੁਰੂ ਨਾਨਕ ਸਾਹਿਬ ਤੋਂ ਵੱਡੇ ਸਨ। ਇਸ ਤੋਂ ਬਾਅਦ ਕੁਝ ਸਮਾਂ ਹੋਰ ਬਤੀਤ ਹੋਇਆ ਤੇ ਜਗਤ ਦੇ ਦਾਤਾ ਨੇ ਬਾਬਾ ਕਾਲੂ ਜੀ ਦੀ ਅਤ ਪ੍ਰੀਤ ਦੇਖ ਕੇ ਉਹਨਾਂ ਦੇ ਘਰ ਪ੍ਰਕਾਸ਼ ਲੈਣ ਦਾ ਸੰਕਲਪ ਬਣਾ ਲਿਆ। ਭਾਵ ਇਹ ਕਿ ਏਕੰਕਾਰ ਧਾਰ ਨਿਜ ਰੂਪਾ ਪ੍ਰਗਟੇ ਸਤਿਗੁਰੂ ਰੂਪ ਅਨੂਪਾ। ਪਾਪ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਪ੍ਰਭੂ ਨੇ ਆਪ ਜਗਤ ਵਿੱਚ ਆਉਣ ਬਾਰੇ ਸੋਚਿਆ ਤੇ ਜਗਤ ਦੇ ਰਾਜੇ ਨੇ ਇਸ ਤਰ੍ਹਾਂ ਦਾ ਵਿਚਾਰ ਬਣਾਇਆ ਕਿ ਮੈਂ ਬਾਬਾ ਕਾਲੂ ਜੀ ਦਾ ਪੁੱਤਰ ਹੋ ਜਾਵਾਂ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਨੇ ਗਰਭ ਧਾਰਨ ਕੀਤਾ ਤੇ ਜਿਵੇਂ ਦੂਜ ਦਾ ਚੰਦਰਮਾ ਵਧਦਾ ਹੈ, ਉਸ ਤਰ੍ਹਾਂ ਗਰਭ ਰੂਪੀ ਸੁੱਖਾਂ ਦਾ ਕੰਵਲ ਵਧਦਾ ਗਿਆ। ਭਾਵੇਂ ਗਹਿਣੇ ਸਾਰੇ ਉਤਾਰੇ ਹੋਏ ਸਨ, ਫਿਰ ਵੀ ਸੁੰਦਰਤਾ ਬਹੁਤ ਪ੍ਰਕਾਸ਼ਮਈ ਸੀ ਤੇ ਉਸ ਜਗ੍ਹਾ ਦੀ ਸ਼ੋਭਾ ਇੰਨੀ ਸੀ ਜਿਵੇਂ ਕੋਟਾਂ ਬ੍ਰਹਿਮੰਡ ਸ਼ੋਭ ਰਹੇ ਹੋਣ। ਜਦ ਜਗਤ ਦੇ ਸਵਾਮੀ ਦੇ ਜਗਤ ਵਿੱਚ ਆਉਣ ਦਾ ਸਮਾਂ ਨੇੜੇ ਆ ਗਿਆ ਤਾਂ ਜਿਹੜੇ ਵਿੰਗੇ ਵਿਅਕਤੀ ਸਨ ਉਹ ਵੀ ਸਿੱਧੇ ਹੋ ਗਏ। ਭਾਵ ਇਹ ਕਿ ਜਿਹੜੇ ਕਠੋਰ ਸਨ ਉਹ ਵੀ ਸਰਲ ਹੋ ਗਏ। ਸੱਚ, ਸੰਤੋਖ, ਧਰਮ, ਸਤ, ਕਰੁਣਾ ਆਦਿ ਸਾਰੇ ਹੀ ਸ਼ੁਭ ਕਰਮਾਂ ਵਿੱਚ ਵਰਤਣ ਲੱਗ ਗਏ। ਬੱਦਲ ਪਾਣੀ ਭਰ ਭਰ ਕੇ ਆ ਰਹੇ ਸਨ ਤੇ ਬਾਰਿਸ਼ ਮਨੁੱਖਾਂ ਦੀ ਇੱਛਾ ਅਨੁਸਾਰ ਪੈ ਰਹੀ ਸੀ। ਹਰ ਪ੍ਰਕਾਰ ਦੇ ਦਰਖਤਾਂ ਨੂੰ ਫੁੱਲ ਤੇ ਫਲ ਲੱਗ ਰਹੇ ਸਨ, ਜਿਵੇਂ ਖੁਸ਼ੀਆਂ ਦੀ ਬਹਾਰ ਆ ਗਈ ਹੋਵੇ। ਉਹਨਾਂ ਦੇ ਅੰਦਰ ਜਿਵੇਂ ਸ਼ਹਿਦ ਭਰ ਗਿਆ ਹੋਵੇ ਤੇ ਮਨੁੱਖ ਮਾਨੋ ਆਪਣੀ ਖੁਸ਼ੀ ਦਿਖਲਾ ਰਹੇ ਸਨ। ਧਰਤੀ ਨਵੀਂ ਹਰਿਆਵਲ ਧਾਰ ਕੇ ਸ਼ੋਭ ਰਹੀ ਸੀ। ਹਰ ਇੱਕ ਦਿਲ ਵਿੱਚ ਵੱਧ-ਵੱਧ ਖੁਸ਼ੀ ਤੇ ਖੇੜਾ ਸੀ। ਤੁਰਨ ਵਾਲੇ ਅਤੇ ਨਾ ਤੁਰਨ ਵਾਲੇ ਸਾਰੇ ਜੀਵ ਜੰਤੂ ਆਨੰਦਮਈ ਹੋ ਰਹੇ ਸਨ। ਇਸ ਤਰ੍ਹਾਂ ਜਦ 10 ਮਹੀਨੇ ਬੀਤ ਗਏ, ਸਰਦ ਰੁੱਤ ਦਾ ਚੰਦਰਮਾ ਪ੍ਰਕਾਸ਼ਿਆ। ਸਾਰਾ ਆਕਾਸ਼ ਤਾਰਿਆਂ ਨਾਲ ਇੰਜ ਸੁਭਾਇਮਾਨ ਹੋ ਰਿਹਾ ਸੀ ਜਿਵੇਂ ਜਗਿਆਸੂ ਦੇ ਹਿਰਦੇ ਅੰਦਰ
ਨੇਕ ਚੱਲਣੀ ਦੇ ਗੁਣ ਚਮਕ ਰਹੇ ਹੋਣ। ਬੱਦਲ ਪਾਣੀ ਰਹਿਤ ਹੋ ਕੇ ਆਪਣੇ ਦੇਸ਼ਾਂ ਨੂੰ ਜਾਣ ਲੱਗੇ, ਜਿਵੇਂ ਸਤਸੰਗਤ ਵਿੱਚ ਜਾਣ ਨਾਲ ਕਲੇਸ਼ ਚਲੇ ਜਾਂਦੇ ਹਨ। ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਹਰੀ ਦੇ ਕੀਰਤਨ ਵਾਂਗ ਚਾਂਦਨੀ ਪ੍ਰਕਾਸ਼ਮਈ ਹੋਈ। ਸੰਮਤ 1526 ਨੂੰ ਜਗਤ ਦੇ ਪਾਤਸ਼ਾਹ ਨੇ ਅਵਤਾਰ ਧਾਰਿਆ। ਅਚਨਚੇਤ ਹੀ ਸਾਰੇ ਖੁਸ਼ੀਆਂ ਦਾ ਪ੍ਰਵਾਹ ਉਛਾਲੇ ਮਾਰਨ ਲੱਗਾ। ਇੰਜ ਕਿਉਂ ਹੋਇਆ, ਕੋਈ ਵੀ ਜਾਣ ਨਾ ਸਕਿਆ। ਧਰਤੀ ਤੇ ਆਕਾਸ਼ ਤੇ ਵਸਣ ਵਾਲੇ ਸਾਰੇ ਜੀਵ ਕਦੇ ਨਾ ਨਾਸ਼ ਹੋਣ ਵਾਲੇ ਪਰਮਾਤਮਾ ਦਾ ਸਿਮਰਨ ਕਰਕੇ ਮੰਗਲਾਚਾਰ ਕਰ ਰਹੇ ਸਨ। ਉਹਨਾਂ ਨੇ ਆਪਣੇ ਹੱਥਾਂ ਵਿੱਚ ਫੜ ਕੇ ਸ਼ੰਖ ਵਜਾਏ ਤੇ ਮੁਖ ਤੋਂ ਜੈ 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 ਦੇ ਬਚਨਾਂ ਦਾ ਉਚਾਰਨ ਕਰ ਰਹੇ ਸਨ। ਦੇਵਤਿਆਂ ਨੇ ਮਿਲ ਕੇ ਚੰਦਨ ਘਸਾਈ, ਉਸ ਵਿੱਚ ਫਿਰ ਕੇਸਰ ਤੇ ਕਪੂਰ ਮਿਲਾਇਆ। ਉਸ ਮਿਸ਼ਰਣ ਨੂੰ ਉਹ ਫਿਰ ਬਾਬਾ ਕਾਲੂ ਜੀ ਦੇ ਘਰ ਜਾ ਕੇ ਛਿੜਕਣ ਲੱਗੇ। ਕਲਬ ਬ੍ਰਿਛ ਦੇ ਫੁੱਲਾਂ ਦੇ ਬੁੱਕਾਂ ਦੇ ਬੁੱਕ ਅਰਸ਼ਾਂ 'ਚੋਂ ਵਰਸਾਉਣ ਲੱਗੇ। ਚੰਗੀ ਕੁਲ ਦੀਆਂ ਇਸਤਰੀਆਂ ਦਾਈਆਂ ਬਣ ਕੇ ਸੇਵਾ ਕਰਨ ਲਈ ਬਾਬਾ ਕਾਲੂ ਜੀ ਦੇ ਘਰ ਵੱਲ ਆਈਆਂ। ਸਰਬ ਸ੍ਰੇਸ਼ਟ ਇਸਤਰੀਆਂ ਨੇ ਪ੍ਰਸੂਤਾ ਬਣ ਕੇ ਅਤ ਸੁੱਖ ਪ੍ਰਾਪਤ ਕੀਤਾ। ਜੋ 8 ਦੀਵੇ ਜਗ ਰਹੇ ਹਨ, ਉਹਨਾਂ ਨੂੰ ਤੁਸੀਂ ਗ੍ਰਹਿ ਸਮਝੋ। ਉਹਨਾਂ ਦੀਵਿਆਂ ਦੀ ਰੋਸ਼ਨੀ ਘਟ ਗਈ, ਮਾਨੋ ਸਵੇਰ ਦਾ ਬਾਲ ਰੂਪੀ ਸੂਰਜ ਚੜ੍ਹ ਪਿਆ ਹੋਵੇ। ਅਨੁਪਮ ਸੁੰਦਰਤਾ ਦਾ ਤੇਜ ਪ੍ਰਕਾਸ਼ ਰਿਹਾ ਸੀ। ਦਾਈ ਬਾਲਕ ਦਾ ਸੁੰਦਰ ਰੂਪ ਵੇਖ ਕੇ ਬੜੀ ਹੈਰਾਨ ਹੋਈ। ਜਨਮ ਸਮੇਂ ਕੋਮਲ ਬਾਲ ਹੱਸ ਰਿਹਾ ਸੀ। ਕੋਈ ਵੀ ਸ਼ਗਨ ਜਾਂ ਅਪਸ਼ਗਨ ਇਸ ਵਕਤ ਨਹੀਂ ਸੀ। ਹੋਰ ਸਾਰੇ ਬਾਲਕ ਜਨਮ ਸਮੇਂ ਰੋਂਦੇ ਹਨ, ਪਰ ਇਹ ਅਸਚਰਜ ਬਾਲਕ ਹੱਸ ਰਿਹਾ ਸੀ, ਜਿਵੇਂ ਬਾਲਕ ਆਨੰਦ ਮਾਣ ਰਿਹਾ ਹੋਵੇ। ਥੋੜ੍ਹੀ ਬੁੱਧੀ ਵਾਲੀ ਦਾਈ ਇਸ ਗੱਲ ਨੂੰ ਕਿਵੇਂ ਸਮਝ ਸਕਦੀ ਹੈ ਕਿ ਇਸ ਸੁੰਦਰ ਬਾਲਕ ਨੂੰ ਜਨਮ ਮਰਨ ਦੀ ਪੀੜ ਨਹੀਂ ਹੈ, ਭਾਵ ਉਹ ਜਨਮ ਮਰਨ ਦੀਆਂ ਪੀੜਾਂ ਤੋਂ ਰਹਿਤ ਹੈ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਲ ਰੂਪ ਵਿੱਚ ਅਵਤਾਰ ਧਾਰਿਆ ਤਾਂ ਦਾਸੀ ਨੇ ਦੌੜ ਕੇ ਬਾਬਾ ਕਾਲੂ ਜੀ ਨੂੰ ਇਹ ਖੁਸ਼ਖਬਰੀ ਸੁਣਾਈ, ਤੁਹਾਨੂੰ ਵਧਾਈ ਹੋਵੇ, ਬੜਾ ਆਨੰਦ ਮੰਗਲ ਹੋਇਆ ਹੈ। ਤੁਹਾਡੇ ਘਰ ਸੁੰਦਰ ਪੁੱਤਰ ਆਇਆ ਹੈ, ਹੁਣ ਅਨੇਕ ਤਰ੍ਹਾਂ ਦੇ ਮੰਗਲ ਕਰੋ। ਜਦੋਂ ਬਾਬਾ ਕਾਲੂ ਜੀ ਨੇ ਪੁੱਤਰ ਦੇ ਜਨਮ ਦੀ ਖਬਰ ਸੁਣੀ ਤਾਂ ਉਹਨਾਂ ਨੇ ਆਪਣੇ ਮਨ ਵਿੱਚ ਬੜਾ ਸੁੱਖ ਪ੍ਰਾਪਤ ਕੀਤਾ। ਜਿਵੇਂ ਜਨਮ ਦੇ ਕੰਗਾਲ ਦੇ ਘਰ ਕਲਬ ਬ੍ਰਿਛ ਉੱਗ ਪਿਆ ਹੋਵੇ ਉਹਨਾਂ ਦੇ ਹਿਰਦੇ ਵਿੱਚ, ਇਸ ਤਰ੍ਹਾਂ ਉਹਨਾਂ ਨੇ ਆਪਣੇ ਹਿਰਦੇ ਵਿੱਚ ਖੁਸ਼ੀ ਅਨੁਭਵ ਕੀਤੀ। ਛੇਤੀ ਹੀ ਜਾ ਕੇ ਵੇਦਾਂ ਦੀ ਰੀਤੀ ਅਨੁਸਾਰ ਕੱਪੜਿਆਂ ਸਮੇਤ ਇਸ਼ਨਾਨ ਕੀਤਾ। ਫਿਰ ਪਰਮੇਸ਼ਰ ਵੱਲ ਧਿਆਨ ਧਰ ਕੇ ਸਮਾਧੀ ਲਾ ਕੇ ਬੈਠ ਗਏ ਤੇ ਦੋਵੇਂ ਹੱਥ ਜੋੜ ਕੇ ਬੰਦਨਾ ਕਰਨ ਲੱਗ ਪਏ। ਸੋ ਸਾਧ ਸੰਗਤ ਜੀ, ਇਸ ਵਿਧੀ ਅਨੁਸਾਰ ਸੱਚੇ ਪਾਤਸ਼ਾਹ ਕੋਟਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜਗਤ ਵਿੱਚ ਅਵਤਾਰ ਧਾਰਿਆ, ਜਿਨ੍ਹਾਂ ਨੇ ਇਸ ਧਰਤੀ ਤੇ ਭਗਤਾਂ ਨੂੰ ਸੁਖੀ ਕੀਤਾ, ਜਿਨ੍ਹਾਂ ਦਾ ਨਾਮ ਲੈਣ ਨਾਲ ਕਰੋੜਾਂ ਪਾਪ ਨਸ਼ਟ ਹੋ ਜਾਂਦੇ ਹਨ ਤੇ ਜਿਨ੍ਹਾਂ ਨੂੰ ਯਾਦ ਕਰਨ ਨਾਲ ਦੇਹ ਦਾ ਕੋਈ ਰੋਗ ਵੀ ਨੇੜੇ ਨਹੀਂ ਆਉਂਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।